खबर बटाला तो बटाला ਦੇ ਇੱਕ ਹੋਟਲ ਦੇ ਵਿੱਚ ਫਾਇਰਿੰਗ ਹੋਈ ਹੈ। ਕਰੀਬ 10 ਨੌਜਵਾਨਾਂ ਨੇ ਫਾਇਰਿੰਗ ਕੀਤੀ ਤੇ ਇਸ ਫਾਇਰਿੰਗ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ, ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਦੇ ਵਜੋਂ ਹੋਈ ਹੈ। ਬਟਾਲਾ ਦੀਆਂ ਇਹ ਤਸਵੀਰਾਂ ਨੇ। ਬਟਾਲਾ ਦੀ ਖਬਰ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਫਾਇਰਿੰਗ ਹੋਈ ਹੈ। ਤਕਰੀਬਨ 10 ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਇੱਕ ਗੰਭੀਰ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਦੇ ਵਜੋਂ ਹੋਈ ਹੈ। ਇਹ ਬਟਾਲਾ ਦੀਆਂ ਤਸਵੀਰਾਂ ਨੇ। करीब 10 नौजवानों ने एक होटल दे विच फायरिंग की है जिस दौरान ये तस्वीरां सामने आईयां ने। मैं तो अपने पिंड दे गुरुद्वारा साहब बैठा, फोन आया बटाला बंगरों की मतलब गोलियां चल गई तो आप भज के आए तो उत्थे हाता जा वा नंदे का ढाबा, उत्थे 3-4 जने इकट्ठे बैठे आ तो 5-7 बंदे आए ने, मूँह बद्धे उन्होंने सीधा आने वा गोलियां चलाइया वा। एक बंदे 3 गोली 4 वजियां वा, एक दे सिर च वजी आ, दातर भी मारे हत्थां ते वड्डे आ उन्होंने ते एक मेरे भरा दे सीधे दिल ते गोली वजी जिहदी डैथ हो गई है ते 2 जिहड़े रैफर ने अंमृतसर वास। कोई पुरानी रंजिश ते माड़ी मोटी हैगी है कोई, पर वो एड्डी गल नहीं, पता नहीं हुण की कौन किद्दां कर गया की गल इहदे बारे कोई नॉलेज नहीं। 8-20 ਦੇ ਕਰੀਬ ਸਾਡੇ ਕੋਲ ਆਏ ਆ, 3 ਕੇਸ ਆਏ ਨੇ। ਇੱਕ ਬਰੋਡਡ ਨੇ ਤੇ 2 ਥੋੜੀ ਸੀਰੀਅਸਲੀ ਇੰਜਰਡ ਸੀ ਜਿਨ੍ਹਾਂ ਨੂੰ ਆਪਾਂ ਇਨੀਸ਼ੀਅਲ ਟ੍ਰੀਟਮੈਂਟ ਦੇ ਕੇ ਅੱਗੇ ਗੁਰੂ ਨਾਨਕ ਦੇਵ ਰੈਫਰ ਕੀਤਾ ਜੀ। ਜਿਹੜੇ ਇੱਥੇ ਆਏ ਸੀ ਉਹ ਪੇਸ਼ੈਂਟ ਜੀ ਜਿਹੜੇ ਬਰੋਡਡ ਸੀਗੇ ਉਹ ਤੇ ਦੂਜਿਆਂ ਦੇ ਇੰਜਰੀ ਸੀਗੀਆਂ, ਇੱਕ ਥੋੜੇ ਕ੍ਰਿਟੀਕਲ ਸੀ ਜ਼ਿਆਦਾ ਤੇ ਦੂਸਰੇ ਵੀ ਥੋੜੇ ਸੀਗੇ ਤਾਂ ਉਹਨਾਂ ਨੂੰ ਰੈਫਰ ਕਰਤਾ ਆਪਾਂ। ਤੇ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜੇ ਨੇ। ਬਿਸ਼ੰਬਰ, ਕੀ ਕੁਝ ਜਾਣਕਾਰੀ ਹੈ ਇਸ ਪੂਰੀ ਵਾਰਦਾਤ ਦੇ ਬਾਰੇ? ਤੁਸੀਂ ਬਿਲਕੁਲ ਜਿਹੜਾ ਬਟਾਲਾ ਦੇ ਲਾਗੇ ਪਿੰਡ ਬਟਾਲਾ ਪਿੰਡ ਪੈਂਦਾ, ਉੱਥੇ ਕੋਈ ਨੌਜਵਾਨ ਜਿਹੜਾ ਡੈਥ ਹੋਈ ਆ, ਉਹਦੇ ਕੋਲ ਬੈਠੇ ਕੋਈ ਖਾ ਪੀ ਰਹੇ ਸੀ। ਇਸੇ ਦੌਰਾਨ ਜਿਹੜੇ ਉਹਨਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ 10 ਆਦਮੀ ਆਏ ਨੇ ਨੌਜਵਾਨ, ਜਿਹਨਾਂ ਨੇ ਆ ਕੇ ਹਥਿਆਰਾਂ ਤੇ ਹਮਲਾ ਕਰਤਾ। ਸ਼ਰੇਆਮ ਗੋਲੀ ਚੱਲੀਆਂ, ਗੋਲੀ ਚੱਲਣ ਦੌਰਾਨ ਜਿਹੜੇ ਨੌਜਵਾਨ ਸੁੰਦਰ ਦੀ ਮੌਤ ਹੋ ਗਈ ਹੈ, 2 ਲੋਕ ਫੱਟੜ ਹੋ ਗਏ ਨੇ। ਪਰ ਦੇਖਣ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਚੁਣਾਵ ਲੱਗੇ ਚੱਲ ਰਹੇ, ਚੁਣਾਵ ਦੌਰਾਨ ਲੋਕਾਂ ਦੇ ਸਾਰੇ ਹਥਿਆਰ ਜ਼ਬਤ ਕੀਤੇ ਗਏ, ਲੇਕਿਨ ਫਿਰ ਵੀ ਹਥਿਆਰ ਲੈ ਕੇ ਸ਼ਰੇਆਮ 10 ਬੰਦਿਆਂ ਨੇ ਘੁੰਮਣ ਦੇ ਬਾਅਦ ਬੰਦੇ ਨੇ ਗੋਲੀ ਮਾਰ ਜਾਣਾ। ਇੱਕ ਪੁਲਿਸ ਤੇ ਸਵਾਲ ਖੜਾ ਕਰਦਾ ਹੈ ਕਿ ਇਦਾਂ ਦੀ ਘਟਨਾ ਬਟਾਲਾ ਵਿੱਚ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ, ਲੇਕਿਨ ਪੁਲਿਸ ਦਾ ਹਰ ਵਾਰ ਬਾਅਦ ਕੋਲ ਹੁੰਦਾ ਵੀ ਜਾਂਚ ਕਰ ਰਹੇ, ਲੇਕਿਨ ਜਾਂਚ ਕਿਸ ਤਰ੍ਹਾਂ ਦੀ ਹੁੰਦੀ ਹੈ ਵੀ ਜੇ ਤੁਸੀਂ ਹਥਿਆਰ ਵੀ ਨਹੀਂ ਜਮ੍ਹਾਂ ਕੀਤੇ, ਜਦੋਂ ਕਿ ਚੋਣ ਜਾਬਤਾ ਲੱਗਣ ਦੇ ਬਾਵਜੂਦ ਪੰਜਾਬ ਦੇ ਸਾਰੇ ਹਥਿਆਰ ਜਮ੍ਹਾਂ ਨੇ, ਪਰ ਉਹ ਬੰਦੇ ਇਹ ਜਾਂਚ ਦਾ ਵਿਸ਼ਾ ਵੀ ਕਿਵੇਂ ਹਥਿਆਰ ਲੈ ਕੇ ਆ ਗਏ, ਕਿੱਦਾਂ ਇੱਕ ਨੌਜਵਾਨ ਦਾ ਸ਼ਰੇਆਮ ਕਤਲ ਕਰਤਾ ਪਰ 2 ਬੰਦਿਆਂ ਨੂੰ ਫੱਟੜ ਕਰਤਾ। ਇਹ ਅਜੇ ਆਉਣ ਵਾਲਾ ਟਾਈਮ ਦੱਸੇਗਾ, ਲੇਕਿਨ ਪੁਲਿਸ ਫਿਲਹਾਲ ਇਸੀ ਗੱਲ ਤੇ ਅੜੀ ਹੈ ਵੀ ਜੱਜ ਕਾਰਨ ਦੇਖ ਰਹੀਆਂ ਹਥਿਆਰ ਕਿੱਥੋਂ ਆਏ, ਦੋਸ਼ੀ ਦੇ ਖਿਲਾਫ ਜਲਦੀ ਕਾਰਵਾਈ ਕੀਤੀ ਜਾਏਗੀ। ਜੀ ਸ਼ੁਕਰੀਆ ਬਿਸ਼ੰਬਰ ਪੂਰੀ ਜਾਣਕਾਰੀ ਦੇ ਲਈ। ਤਾਂ ਬਟਾਲਾ 'ਚ ਇਹ ਪੂਰੀ ਵਾਰਦਾਤ ਵਾਪਰੀ ਹੈ। ਇੱਕ ਹੋਟਲ ਦੇ ਵਿੱਚ 10 ਦੇ ਕਰੀਬ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਇੱਕ ਦੀ ਮੌਤ ਹੋਈ ਹੈ, ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ। ਤੇ ਉਧਰ ਯੂਕਰੇਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ ਭਾਰਤ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਆਪਰੇਸ਼ਨ ਗੰਗਾ ਫੁੱਲ ਫਲੋ ਦੇ ਵਿੱਚ ਜਾਰੀ ਹੈ। ਉਧਰ ਜੰਗ ਦੇ ਇਸ ਮਾਹੌਲ ਦੇ ਵਿੱਚ ਭਾਰਤੀਆਂ ਦੀ ਇਕਜੁੱਟਤਾ ਫਿਰ ਤੋਂ ਦੇਖਣ ਨੂੰ ਮਿਲੀ ਹੈ। यूक्रेन ने एकजुटता का साथ दिता तो भारत भी इस जंग के माहौल च एकजुट नजर आया। आम भारतीयों तो लैके सियासत दियां विरोधी धिरां ने एक दूजे के मोढे नाल मोढा जोड़ के काम किया। केंद्र ने अपने मंत्री यूक्रेन के गुआढ़ी मुल्कों च विद्यार्थियों की सहायता लिए तैनात किए तो कांग्रेस के संसद मैंबर गुरजीत औजला ने भी हुण पोलैंड च जाके डेरे ला लए ने। औजला ने यूक्रेन छड्ड के पोलैंड आए भारतीय विद्यार्थियों का हाल चाल पूछे और उन्हां दी मदद करन दा अहद लिया। कि लंबे समय तो पिछले दिनों तो जो इत्थे मुश्किल आई है, जिन्ने बच्चे यूक्रेन तो अगे आउंदे ने, ये सारे परिवार खासकर जिहड़े इस पोलैंड की धरती के परिवार ने, इन्होंने बड़ी वड्डी मदद की है और सारे बच्चों को अपने कलावे च लिया। और बच्चे इन्ने खुश ने कि उन्होंने कहा भी इत्थे आके असीं जिहड़ा कष्ट पिछला बहुत झल्लिया यूक्रेन तो लैके पोलैंड हुण तक, पर हुण इन्होंने वो सारा चीज़ां ते सानूं भुल्ली है कि असीं अपने परिवार च बैठे। मैं इन्हां दा शुकराना करदा, तुहाडा बहुत बहुत शुक्रिया। जबकि इस विचाले भाजपा आगू तरन चुग का बयान भी सामने आया है।
ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਪਰੇਸ਼ਨ ਗੰਗਾ ਨੂੰ ਨੇੜਿਓਂ ਮੋਨੀਟਰ ਕਰ ਰਹੇ ਨੇ। ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਹਰ ਇੱਕ ਭਾਰਤੀ ਵਿਦਿਆਰਥੀ ਦੀ ਸੁਰੱਖਿਅਤ ਵਾਪਸੀ ਲਈ ਵਚਨਬੱਧ ਹੈ। ਇੱਕ ਵੀ ਭਾਰਤੀ ਉੱਥੋਂ ਤੱਕ ਨਹੀਂ ਨਿਕਲ ਜਾਂਦਾ। ਆਪਰੇਸ਼ਨ ਗੰਗਾ ਕੰਮ ਕਰਦਾ ਰਹੇਗਾ ਔਰ ਮੈਂ ਧੰਨਵਾਦ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਨੇ ਐਡੀ ਵੱਡੀ ਆਪਰੇਸ਼ਨ ਨੂੰ ਖੁਦ ਡੀਲ ਕੀਤਾ ਔਰ ਇਸ ਆਪਰੇਸ਼ਨ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਕੀਤੇ ਗਏ ਪ੍ਰਯਾਸਾਂ ਦੇ ਕਾਰਨ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ, ਯੂਕਰੇਨ ਦੇ ਨਾਲ ਵੀ ਕੀਤੀ, ਦੋਨੋਂ ਸਰਕਾਰਾਂ ਨੂੰ ਸਮਝਾਇਆ ਔਰ ਅੱਜ ਹਿੰਦੁਸਤਾਨ ਦਾ ਰਾਸ਼ਟਰੀ ਧਵਜ ਪਾਸਪੋਰਟ ਤੋਂ ਵੀ ਜ਼ਿਆਦਾ ਤਾਕਤਵਰ ਬਣ ਗਿਆ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਭਾਰਤ ਦਾ ਸਾਥ ਦੇਣ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਹੈ ਕਿ ਭਾਰਤ ਦਾ ਆਪਰੇਸ਼ਨ ਗੰਗਾ ਹੁਣ ਤੱਕ ਪੂਰੀ ਤਰ੍ਹਾਂ ਸਫਲ ਰਿਹਾ ਹੈ। और के समय में एक ह्यूमैनिटेरियन क्राइसिस तो ज़रूर आते हैं, उसके बावजूद भी चाहे रशिया की तरफ से हो, चाहे वो यूक्रेन की तरफ से हो, चाहे हमारे नेबरिंग वहाँ कंट्रीज़ जैसे पोलैंड है, स्लोवाकिया है, उनकी भी गवर्नमेंट ने भारत का पूरा सहयोग दिया और वॉर कैजुअल्टी भी एक हमारी अब तक हुई है, एक इंजरी है वो भी रिकवर हो रहा है और मैं ये मानता हूँ कि पीसफुली हमने हमारे सारे सिटीजन्स को वापस लाने का काम किया। फिलहाल यूक्रेन च फसे भारतीय नागरिक लगातार वापस आ रहे ने। हर कोई अपने तरीके नाल मदद कर रहा है, फिर भावें वो किसी भी सियासी धिर नाल संबंध क्यों ना रखदा होवे। सब दा इक्को मकसद है अपने नागरिकां नूं सही सलामत भारत वापस लैके आउणा। ब्यूरो रिपोर्ट, न्यूज़ 18 पंजाब। ਤੇ ਖਬਰ ਮੋਗਾ ਤੋਂ ਸਨੈਚਿਕ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ ਤੇ ਤਸਵੀਰਾਂ ਸੁਰੱਖਿਆ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੀਆਂ ਨੇ। ਚੋਰੀ ਦੀਆਂ ਇਹ ਦੋ ਤਸਵੀਰਾਂ ਜ਼ਰਾ ਗੌਰ ਨਾਲ ਦੇਖੋ। ਮੋਗਾ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਤੁਸੀਂ ਦੇਖ ਕੇ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਹੁਣ ਔਰਤਾਂ ਘਰਾਂ 'ਚ ਵੀ ਸੁਰੱਖਿਅਤ ਨਹੀਂ। ਜ਼ਰਾ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ। ਘਰ ਦੇ ਸਾਹਮਣੇ ਬੈਠੀ ਔਰਤ ਧੁੱਪ ਸੇਕ ਰਹੀ ਹੈ ਕਿ ਅਚਾਨਕ ਇੱਕ ਅਣਜਾਣ ਵਿਅਕਤੀ ਆਉਂਦਾ ਹੈ ਤੇ ਉਸ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦਾ ਹੈ ਤੇ ਔਰਤ ਕੁਰਸੀ ਤੋਂ ਡਿੱਗ ਜਾਂਦੀ ਹੈ। ਇੰਨਾ ਹੀ ਨਹੀਂ, ਸਾਹਮਣੇ ਖੜਾ ਮੋਟਰਸਾਈਕਲ ਸਵਾਰ ਵੀ ਘਟਨਾ ਨੂੰ ਅੰਜਾਮ ਦੇਣ 'ਚ ਪੂਰੀ ਤਰ੍ਹਾਂ ਸ਼ਾਮਿਲ ਹੈ। ਅਜਿਹੀ ਹੀ ਦੂਜੀ ਸੀਸੀਟੀਵੀ ਤਸਵੀਰ ਵੀ ਦੇਖੋ, ਜਿਸ 'ਚ ਲੁਟੇਰੇ ਇੱਕ ਹੋਰ ਔਰਤ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਵਾਲੀਆਂ ਖੋ ਕੇ ਤਿੱਤਰ ਹੋ ਜਾਂਦੇ ਨੇ। ਮੇਰੇ ਕੋਲ ਇੱਕ ਮੁੰਡਾ ਆਇਆ, ਉਹ ਕਹਿੰਦਾ ਉਹਨੇ ਸਿਰ ਤੇ ਟੋਪੀ ਲਈ ਹੋਈ ਹੈ ਤੇ ਟੀ-ਸ਼ਰਟ ਤੇ ਉਹ ਪਾਈ ਹੋਈ ਹੈ, ਮੂੰਹ ਤੇ ਮਾਸਕ ਲਾਇਆ ਹੋਇਆ ਹੈ। ਉਹ ਆ ਕੇ ਮੈਨੂੰ ਕਹਿੰਦਾ ਜੀ ਆਹ ਘਰ ਵਾਲੇ ਕਿੱਥੇ ਗਏ ਹੈ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ। ਉਹਨੇ ਦੁਬਾਰਾ ਫਿਰ ਥੋੜੀ ਦੋ ਕਦਮ ਮੂਹਰੇ ਹੋ ਕੇ ਫਿਰ ਉਹਨੇ ਮੈਨੂੰ ਕਿਹਾ ਕਿੱਥੇ ਗਏ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ। ਤੇ ਜਦੋਂ ਮੈਂ ਦੂਸਰੀ ਵਾਰੀ ਉਹਨੇ ਕਿਹਾ ਨਾ, ਉਦੋਂ ਉਹਨੇ ਦੋਨਾਂ ਕੰਨ ਮੇਰੇ ਫੜ ਕੇ ਉਹਨੇ ਖਿੱਚ ਲਏ ਤੇ ਮੇਰੇ ਬਸ ਮੈਨੂੰ ਉਹ ਡੇਗ ਗਿਆ। ਆਪੋ ਸਭ ਮੇਰੀ ਬਾਣੀ ਤਰਫ ਦੇ ਕਮਿਆਰਾਂ ਵਾਲੇ ਪਾਸੇ ਨੂੰ ਦੌੜ ਗਿਆ। ਮੋਗਾ 'ਚ ਪਿਛਲੇ ਕੁਝ ਦਿਨਾਂ 'ਚ ਵੱਖ-ਵੱਖ ਥਾਵਾਂ ਤੇ ਲੁੱਟ ਦੀਆਂ ਅਜਿਹੀਆਂ 6 ਘਟਨਾਵਾਂ ਹੋਈਆਂ ਜੋ ਘਰ ਅੱਗੇ ਬੈਠੀਆਂ ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਜ਼ਰੀਏ 2 ਸਨੈਚਰਾਂ ਨੂੰ ਕਾਬੂ ਕਰ ਲਿਆ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਚਪਟਮਾਰੀ ਦੀਆਂ ਇਹ ਤਸਵੀਰਾਂ ਨਾ ਸਿਰਫ ਲੋਕਾਂ ਦੇ ਮਨਾਂ 'ਚ ਖੌਫ ਪੈਦਾ ਕਰਦੀਆਂ ਨੇ, ਬਲਕਿ ਸਾਡੇ ਸੁਰੱਖਿਆ ਸਿਸਟਮ ਦੀ ਨਾਕਾਮੀ ਨੂੰ ਵੀ ਸਾਹਮਣੇ ਲਿਆਉਂਦੀਆਂ ਨੇ। ਜਿਨ੍ਹਾਂ ਬਾਰੇ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਖੁਫੀਆ ਸੋਰਸ ਲਾਏ ਅਤੇ ਉਹਨਾਂ ਦੇ ਇਤਲਾਹ ਮੁਤਾਬਕ ਅਸੀਂ ਉਹਨਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਥਾਵਾਂ ਤੋਂ ਉਹਨਾਂ ਨੇ ਸਨੈਚ ਕੀਤੀ ਸੀ, ਤਕਰੀਬਨ ਉਹ ਰਿਕਵਰੀ ਹੋ ਚੁੱਕੀ ਹੈ, ਕੁਝ ਬਾਕੀ ਹੈ। ਜਲਦੀ ਅਸੀਂ ਸਾਰੀ ਰਿਕਵਰੀ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਵਾਂਗੇ। ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹਾ ਮਾਹੌਲ ਸਿਰਜਣ ਜਿੱਥੇ ਲੋਕ ਬੇਫਿਕਰੀ ਨਾਲ ਰਹਿ ਸਕਣ ਤੇ ਝਪਟਮਾਰਾਂ ਦੇ ਮਨਾਂ 'ਚ ਕਾਨੂੰਨ ਦਾ ਖੌਫ ਬਣਿਆ ਰਹੇ। ਮੋਗਾ ਤੋਂ ਦੀਪਕ ਸਿੰਘਲਾ ਦੀ ਰਿਪੋਰਟ, ਨਿਊਜ਼ 18 ਪੰਜਾਬ।
ਉਧਰ ਸਟੇਟ ਬੈਂਕ ਆਫ ਇੰਡੀਆ ਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਵਾਲੀ ਬੱਸ ਭੇਟ ਕੀਤੀ, ਜਿਸ ਦੀਆਂ ਚਾਬੀਆਂ ਬੈਂਕ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਮਹਿੰਦਰ ਸਿੰਘ ਆਲੀ ਤੇ ਸਰਦਾਰ ਪਰਮਜੀਤ ਸਿੰਘ ਸਰੋਆ ਨੂੰ ਦਿੱਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਅੰਮ੍ਰਿਤਸਰ ਦੀਆਂ ਤਸਵੀਰਾਂ ਨੇ। SBI ਬੈਂਕ ਦੇ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਵਾਲੀ ਬੱਸ ਭੇਟ ਕੀਤੀ ਗਈ ਹੈ। ਭਾਰਤੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪਾਲਕੀ ਸਾਹਿਬ ਦੀ ਜਿਹੜੀ ਇੱਕ ਬੱਸ ਆ ਉਹ ਭੇਟ ਕੀਤੀ ਗਈ ਹੈ। ਅੱਜ ਭਾਰਤੀ ਸਟੇਟ ਬੈਂਕ ਦੇ ਚੀਫ ਮੈਨੇਜਰ ਸਾਹਿਬ, ਜਨਰਲ ਮੈਨੇਜਰ ਸਾਹਿਬ, DGM ਸਾਹਿਬ, ਸਾਰੀ ਟੀਮ ਇੱਥੇ ਪਹੁੰਚੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਨੂੰ ਵੈਲਕਮ ਕਰਦਾ ਔਰ ਧੰਨਵਾਦ ਕਰਦਾ, ਕਿਉਂਕਿ ਇਹਨਾਂ ਤੇ ਬਖਸ਼ਿਸ਼ ਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ। ਉਹਨਾਂ ਨੇ ਕਿਰਪਾ ਕੀਤੀ ਤੇ ਇਹਨਾਂ ਦਾ ਮਨੋਵਾਗਨਾ ਜਿਹੜੀ ਜਾਗੀ ਆ ਉਹਦੇ ਅਨੁਸਾਰ ਇਹਨਾਂ ਨੇ ਜਿਹੜੀ ਬੱਸ ਭੇਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਕੀਤੀ ਆ। मैं इन्हों का बहुत बहुत धन्यवाद करता। हमारे चेयरमैन आए थे यहाँ पे श्री दिनेश खरा, और 3-4 महीने पहले तब ये बात हुई थी कि कैसे और हम लोग सेवा कर सके। तो ये हुआ था कि गुरु ग्रंथ साहब का या इनकी प्रति का हम लोग यात्रा करते हैं, शोभा यात्रा। तो उस समय एक बहुत ही भव्य टाइप का एक व्हीकल चाहिए थी कि करेंगे, तो फिर वो बनी, बहुत ही प्यार और उससे बनी है। तो अभी जो 4 महीने करीब लगे और उसी को जो है आज समर्पण कर रहे हैं। उधर अमृतसर दे विच मनुखता दी एक वड्डी मिसाल सामने आई है। अमृतसर च एक सिख 40 साल तो एक मस्जिद दे विच जोड़ियां दी सेवा कर रहा है। इस बुजुर्ग दी सेवा भावना देख के मस्जिद च आ रहे लोग भी बेहद प्रभावित होंदे ने। 40 साल हो गए मैनूं जोड़ियां दी। देखो जी, मैनूं ये प्रेम करदे सी। मैं जोड़े घर आटा मंडी चौड़ियां पौड़ियां सेवा करदा, जोड़े रहता सा। ये मेरे कोल दी लंघदे लंघांदे सी रोज़ ही। मलाना साहब होनी इन्हां ने वेख्या भी जोड़े रखदा वा, इनू लैके जाने उत्थे। ये जोड़े लै जांदे चुक के लोकी, मैनूं इत्थे लिया के नभाता। उहदे ते कुछ भी नहीं हुंदा। जो मलाना साहब ने सेवा कीती है, इहदे नाल दी सेवा कोई भी नहीं कर सकिया। की मैसेज देना चाहते सारे धार्मिक? मैसेज कहने जी, असीं कहने जिन्हें सिख है, हिंदू है, मुसलमान है, सब आप एक थाली बैठिए, एक जगह बैठ के रोटी खाइए सारे, फिर अगे अंगरों। केरला सरदार जी मस्जिद में सेवा कर रहे हैं, कैसे? हाँ, मैं पहली बार देख रहे हैं कि हमारा मस्जिद में एक सरदार जी ऐसा हमारा जूत के इधर रखो। मैं पूछा पैसा चाहिए, वो बोला पैसा कुछ नहीं चाहिए, तुम अपना मर्जी से जो जाता वो दे दो, प्रॉब्लम नहीं है। अच्छा है इधर। सरदार जी अंकल जी कम से कम नहीं तो हम बचपन से ही देख रहे हैं और बहुत अच्छी तरीके से निस्वार्थ भावना से सेवा कर रहे हैं, और बहुत ही एक कह लो कि भाईचारे का संदेश दे रहे हैं। बल्कि पूरी दुनिया के लिए एक संदेश है कि देखिए किसी दूसरे मजहब का आदमी किसी दूसरे मजहबी मकाम पर सेवा कर रहे हैं। तो इस बुलेटिन च फिलहाल इन्ना ही। मैनूं दिओ इजाजत। खबरों का सिलसिला इसे तरीके जारी रहेगा।